ਜਦ ਮੁਸੀਬਤ ਆਉਂਦੀ ਹੈ ਨਾ ਤੇ ਫਿਰ ਚਾਰੋਂ ਤਰਫੋਂ ਆਉਂਦੀ ਹੈ। ਇਨਸਾਨ ਦੀ ਸੋਚ ਤੇ ਗੁਮਾਨ ਵੀ ਨਹੀਂ ਹੁੰਦਾ ਜਿੱਥੋਂ ਮੁਸੀਬਤ ਆ ਜਾਂਦੀ ਹੈ। ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਤੁਹਾਡਾ ਸਭ ਦਾ। ਉਮੀਦ ਕਰਨੀ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਲਹਮਦੁਲਿਲਾ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਅੱਛਾ ਜੀ, ਦਿਨ ਚੜ੍ਹਿਆ ਆਇਆ ਸੀ ਤੇ ਫਿਰ ਮੈਂ ਕਿਹਾ ਚੱਲ ਮੈਂ ਨਾ ਬੌਖਰ ਬਾਰੀ ਦੇ ਲਵਾਂ ਤੇ ਨਾਲ ਨਾਲ ਮੈਂ ਫਿਰ ਵੀਡੀਓ ਵੀ ਬਣਾਈ ਤੇ ਮੈਂ ਕਿਹਾ ਕਿ ਚਲੋ ਜੀ ਤੁਹਾਨੂੰ ਵੀ ਵਿਖਾ ਦਿਆਂ ਕਿ ਘਰ ਦੀ ਸਫਾਈ ਕਿਵੇਂ ਕਰਨੀ ਆ ਮੈਂ। ਅੱਛਾ ਜੀ, ਅਤੇ ਗੱਲ ਮੈਂ ਕਰ ਰਹੀ ਸਾਂ ਜਿਹੜਾ ਤੁਸੀਂ ਸ਼ੋਅ ਦੇ ਸਟਾਰਟ ਵਿੱਚ ਸੁਣਿਆ ਕਿ ਮੁਸੀਬਤ ਜਿਹੜੀ ਹੈ ਨਾ ਉਹ ਇੱਕ ਪਾਸੋਂ ਨਹੀਂ ਆਉਂਦੀ, ਉਹ ਚਾਰੋਂ ਤਰਫੋਂ ਆਉਂਦੀ ਹੈ। ਅਤੇ ਅੱਲਾਹ ਪਾਕ ਹਰ ਨੂੰ ਮੁਸੀਬਤ ਤੋਂ ਬਚਾਏ ਅਤੇ ਪਰੇਸ਼ਾਨੀ ਤੋਂ ਬਚਾਏ। ਲੇਕਿਨ ਕੀ ਹੈ ਜੀ ਕਿ ਪਰੇਸ਼ਾਨੀ ਤਾਂ ਜ਼ਿੰਦਗੀ ਦਾ ਹਿੱਸਾ ਹੈ। ਪਤਾ ਵੀ ਨਹੀਂ ਲੱਗਦਾ ਕਿ ਕਿਹੜੇ ਪਾਸੋਂ ਕੀ ਪ੍ਰੋਬਲਮ ਬੰਦੇ ਨੂੰ ਵੜ ਜਾਏ। ਇਹ ਜ਼ਿੰਦਗੀ ਬਹੁਤ ਔਖੀ ਹੈ ਯਾਰ, ਬਹੁਤ ਔਖੀ ਜ਼ਿੰਦਗੀ ਹੈ। ਇਸ ਜ਼ਿੰਦਗੀ ਵਿੱਚ ਸਰਵਾਈਵ ਕਰਨ ਵਾਸਤੇ ਇਨਸਾਨ ਨੂੰ ਬੜੇ ਯਤਨ ਕਰਨੇ ਪੈਂਦੇ ਨੇ, ਬੜਾ ਕੁਛ ਕਰਨਾ ਪੈਂਦਾ ਹੈ। ਅਤੇ ਜ਼ਿੰਦਗੀ ਹੈ ਨਾ, ਲੇਕਿਨ ਜ਼ਿੰਦਗੀ ਕਦੇ ਖ਼ਤਮ ਨਹੀਂ ਹੁੰਦੀ। ਲੇਕਿਨ ਜਦ ਜ਼ਿੰਦਗੀ ਆ ਜਾਂਦੀ ਹੈ ਨਾ, ਉਹ ਚੁੱਪ ਕਰਕੇ ਮੂੰਹ ਨੂੰ ਤਾਲੇ ਲਾ ਕੇ ਟੁਰ ਜਾਂਦਾ ਹੈ ਅਤੇ ਬਸ ਇਨਸਾਨ ਵੇਖਦਾ ਹੀ ਰਹਿ ਜਾਂਦਾ ਹੈ ਕਿ ਜਿਹੜਾ ਆਪਣਾ ਪਿਆਰਾ ਸੀ ਉਹ ਕਿੱਥੇ ਗਿਆ। ਲੇਕਿਨ ਕਦੇ ਕਦੇ ਹੁੰਦਾ ਹੈ ਨਾ ਕਿ ਕਿਸੇ ਦੇ ਜਾਵਣ ਨਾਲ ਇਨਸਾਨ ਨੂੰ ਮੈਂ ਕਹਿੰਦੀ ਹਾਂ ਬੜੇ ਘਾਟੇ ਆ ਜਾਂਦੇ ਨੇ। ਇੱਕ ਬੰਦੇ ਦੇ ਦਮ ਨਾਲ ਜਿਹੜੀ ਬਹਾਰ ਹੁੰਦੀ ਹੈ ਨਾ, ਉਹ ਇੱਕ ਮਿੰਟ 'ਚ ਇੱਕ ਪਲ 'ਚ ਨਾ ਕਿੱਧਰ ਦੂਰ ਹੀ ਹੋ ਜਾਂਦੀ। ਬਸ ਕੁਛ ਇਸ ਟਾਈਪ ਦਾ ਹੀ ਵਾਕਿਆ ਮੇਰੀ ਜ਼ਿੰਦਗੀ ਵਿੱਚ ਗੁਜ਼ਰਾ ਹੈ, ਜਿਹਦੀ ਵਜ੍ਹਾ ਤੋਂ ਬਸ ਕੁਛ ਦਿਲ ਪਰੇਸ਼ਾਨ ਸੀ ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ। ਹਾਂ, ਅਤੇ ਬਸ ਇਹੀ ਹੈ ਕਿ ਅੱਲਾ ਸਭ 'ਤੇ ਖੈਰ ਕਰੇ। ਇਹ ਜ਼ਿੰਦਗੀ ਹੈ ਅਤੇ ਅੱਲਾ ਹਰ ਦੀ ਜ਼ਿੰਦਗੀ ਨੂੰ ਸੌਖਾ ਕਰੇ, ਸਕੂਨ ਨਾਲ ਗੁਜ਼ਾਰੇ, ਕਿਉਂਕਿ ਮੁਸ਼ਕਿਲਾਂ ਮੁਸੀਬਤਾਂ ਤਾਂ ਫਿਰ ਇਨਸਾਨ ਦੀ ਜ਼ਿੰਦਗੀ ਦੇ ਨਾਲ ਹੀ ਚੱਲਦੀਆਂ ਨੇ। ਅਤੇ ਕੋਈ ਨਹੀਂ, ਅੱਲਾ ਖੈਰ ਕਰੇਗਾ। ਅੱਛਾ ਜੀ, ਫਿਰ ਮੈਂ ਜੀ ਸਬਜ਼ੀ ਮੰਗਵਾਈ ਸੀ, ਮੈਂ ਕਿਹਾ ਚੱਲ ਪਕਾ ਹੀ ਲਵਾਂ ਕਿ ਕੀ ਪਕਾਵਾਂ ਅਤੇ ਕੀ ਨਾ ਪਕਾਵਾਂ। ਚਲੋ ਖੈਰ ਫਿਰ ਪਕਾ ਹੀ ਲਿਆ ਜਿਹੜਾ ਕੁਛ ਪਕਾਉਣਾ ਸੀ। ਅਤੇ ਫਿਰ ਜੀ ਕੀ ਸੀ, ਬਸ ਥੋੜ੍ਹਾ ਜਿਹਾ ਦਿਲ ਪਰੇਸ਼ਾਨ ਸੀ। ਕੁਛ ਘਰੇਲੂ ਟੈਨਸ਼ਨ ਹੋ ਜਾਂਦੀ ਹੈ ਬੰਦੇ ਨੂੰ, ਕੋਈ ਪੇਕਿਆਂ ਵੱਲੋਂ ਹੋ ਗਈ, ਕੋਈ ਸਹੁਰਿਆਂ ਵੱਲੋਂ ਹੋ ਗਈ, ਅਤੇ ਫਿਰ ਟੈਨਸ਼ਨ ਤਾਂ ਜ਼ਿੰਦਗੀ ਦਾ ਹਿੱਸਾ ਜੋ ਹੈ। ਅਤੇ ਖੈਰ ਥੋੜ੍ਹੀ ਥੋੜ੍ਹੀ ਜੋ ਹੈ ਨਾ ਤੂੰ ਮੈਂ ਵੀ ਹੋ ਜਾਂਦੀ ਹੈ ਅਤੇ ਬੰਦਾ ਲੜ ਝਗੜ ਵੀ ਪੈਂਦਾ ਹੈ। ਫਿਰ ਇਹ ਵੀ ਹੈ ਨਾ ਕਿ ਜਿੱਥੇ ਰਹਿਣਾ ਹੋਵੇ ਨਾ ਫਿਰ ਉੱਥੇ ਗੁਜ਼ਾਰਾ ਵੀ ਕਰਨਾ ਪੈਂਦਾ ਹੈ। ਅਤੇ ਔਰਤ ਜਿਹੜੀ ਹੈ ਨਾ ਉਹਨੂੰ ਤਾਂ ਹਰ ਪਾਸੇ ਹੀ ਨਾ ਬਸ ਗੁਜ਼ਾਰਾ ਹੀ ਕਰਨਾ ਪੈਂਦਾ ਹੈ, ਚਾਹੇ ਮਾਂ ਹੋਵੇ, ਚਾਹੇ ਭੈਣ ਹੋਵੇ, ਚਾਹੇ ਬੀਵੀ ਹੋਵੇ। ਗੁਜ਼ਾਰਾ ਬਸ ਔਰਤ ਦੇ ਨਸੀਬ ਵਿੱਚ ਹੀ ਹੈ ਕਿ ਤੁਸੀਂ ਗੁਜ਼ਾਰਾ ਹੀ ਕਰਨਾ, ਚਾਹੇ ਕੋਈ ਪ੍ਰੋਬਲਮ ਵੀ ਹੋਵੇ, ਜੈਸਾ ਵੀ ਮਾਹੌਲ ਹੋਵੇ, ਗੁਜ਼ਾਰਾ ਕਰੋ ਜੀ। ਚਲੋ ਜੋ ਵੀ ਹੈ, ਹੁੰਦਾ ਤਾਂ ਉਹੀ ਹੈ ਨਾ ਜਿਹੜਾ ਰੱਬ ਨੂੰ ਮਨਜ਼ੂਰ ਹੁੰਦਾ ਹੈ। ਬੰਦਾ ਤਾਂ ਬਸ ਸੋਚਾਂ ਹੀ ਸੋਚਦਾ ਰਹਿ ਜਾਂਦਾ ਹੈ ਕਿ ਇਹ ਹੋ ਜਾਂਦੀ, ਇਹ ਹੋ ਜਾਂਦੀ, ਉਹ ਹੋ ਜਾਂਦੀ, ਪਰ ਕਰਨਾ ਉਹੀ ਹੁੰਦਾ ਜੋ ਰੱਬ ਦੀ ਜ਼ਾਤ ਨੇ ਕਰਨਾ ਹੁੰਦਾ। ਖੈਰ ਜੀ, ਤੁਹਾਡੇ ਸਭ ਦੀਆਂ ਦੁਆਵਾਂ ਚਾਹੀਦੀਆਂ ਨੇ ਕਿ ਅੱਲਾਹ ਪਾਕ ਜੋ ਵੀ ਮੇਰੀ ਜ਼ਿੰਦਗੀ 'ਚ ਮਸਲਾਤ ਹੈਗਾ ਨਾ ਉਹ ਅੱਲਾਹ ਪਾਕ ਸਹੀ ਕਰੇ, ਮੁਸ਼ਕਿਲ ਆਸਾਨ ਫਰਮਾਏ। ਕਦੇ ਕਦੇ ਹੁੰਦਾ ਨਾ ਕਿ ਬੰਦਾ ਟੈਨਸ਼ਨ ਲੈ ਲੈ ਕੇ ਫਿਰ ਤਬੀਅਤ ਵੀ ਖ਼ਰਾਬ ਹੋ ਜਾਂਦੀ ਹੈ, ਫਿਰ ਦਿਮਾਗ ਤਾਂ ਫਿਰ ਭਾਰੀ ਹੋ ਜਾਂਦਾ ਨਾ ਬੰਦੇ ਦਾ। ਟੈਨਸ਼ਨ ਵੀ ਜ਼ਿੰਦਗੀ ਵਾਸਤੇ ਜ਼ਰੂਰੀ ਵੀ ਹੈ ਅਤੇ ਨਹੀਂ ਵੀ ਜ਼ਰੂਰੀ, ਜ਼ਿਆਦਾਤਰ ਤਾਂ ਨਹੀਂ ਜ਼ਰੂਰੀ, ਪਰ ਕਿਸੇ ਨੇ ਕਿਹਾ ਸੀ ਕਿ ਅਗਰ ਜੀ ਜ਼ਿੰਦਗੀ 'ਚ ਟੈਨਸ਼ਨ ਨਾ ਹੋਵੇ ਅਤੇ ਜ਼ਿਆਦਾ ਖੁਸ਼ੀ ਵੀ ਜਿਹੜੀ ਹੈ ਨਾ ਉਹ ਵੀ ਬੰਦੇ ਵਾਸਤੇ ਟੈਨਸ਼ਨ ਦਾ ਬਾਇਸ ਬਣ ਜਾਂਦੀ ਹੈ। ਅਤੇ ਮੈਂ ਸੋਚਿਆ ਯਾਰ ਖੁਸ਼ੀ ਜਿਹੜੀ ਹੈ ਉਹ ਟੈਨਸ਼ਨ ਦਾ ਬਾਇਸ ਕਿਵੇਂ ਬਣ ਸਕਦੀ ਹੈ। ਲੇਕਿਨ ਐਸਾ ਹੁੰਦਾ ਐਸਾ ਕਿ ਖੁਸ਼ੀ ਵੀ ਟੈਨਸ਼ਨ ਦਾ ਬਾਇਸ ਬਣ ਜਾਂਦੀ ਹੈ।
ਚਲੋ ਅੱਲਾ ਪਾਕ ਸਭ 'ਤੇ ਰਹਿਮਤ ਫਰਮਾਏ। ਅੱਛਾ ਚਲੋ ਸਾਡੇ ਘਰ ਵਿੱਚ ਬੇਰ ਹੈਗੀ ਸੀ ਅਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਬੇਰ ਦਾ ਨਜ਼ਾਰਾ ਕਰਵਾ ਲਵਾਂ। ਬੇਰ ਚੈੱਕ ਕਰੋ ਕਿੰਨੇ ਸੋਹਣੇ, ਬਿਲਕੁਲ ਸੇਬਾਂ ਵਰਗੇ ਨਿੱਕੇ ਨਿੱਕੇ ਸੇਬ ਹੁੰਦੇ ਨਾ, ਇੰਝ ਹੀ ਲੱਗਦਾ ਕਿ ਛੋਟੇ ਛੋਟੇ ਸੇਬ ਉੱਗੇ ਖੜ੍ਹੇ ਆ। ਮੈਂ ਵੇਖ ਕੇ ਬੜੀ ਖੁਸ਼ ਸਾਂ ਅਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਹੀ ਲਵਾਂ। ਹਾਂਜੀ, ਬੜੇ ਖੂਬਸੂਰਤ ਲੱਗਦੇ ਨੇ ਜਦੋਂ ਮੈਂ ਇਹਨਾਂ ਨੂੰ ਵੇਖਦੀ ਹਾਂ ਅਤੇ ਫਿਰ ਜਿਹੜਾ ਵੀ ਕੋਈ ਆਉਂਦਾ ਨਾ ਸਾਡੇ ਘਰ, ਬੇਰ ਜ਼ਰੂਰ ਖਾ ਕੇ ਜਾਂਦਾ। ਹਾਂ, ਉਹਨਾਂ ਦੀ ਆਟੋਮੈਟਿਕ ਹੀ ਨਜ਼ਰ ਬੇਰਾਂ 'ਤੇ ਜਾ ਪੈਂਦੀ ਹੈ, ਕਹਿੰਦੇ ਨੇ ਬਾਜੀ ਬੇਰ ਤੁਹਾਡੇ ਬੇਰ ਦੇ ਬੜੇ ਅੱਛੇ ਆ, ਸਾਨੂੰ ਦੇਵੋ ਸਾਨੂੰ ਵੀ ਦੇਵੋ। ਫਿਰ ਆਣ ਛਾਪਰ ਭਰ ਭਰ ਕੇ ਲੋਕਾਂ ਨੂੰ ਬੇਰ ਦੇਈਦੇ ਨੇ। ਖੁਸ਼ੀ ਵੀ ਹੁੰਦੀ ਹੈ ਜਦੋਂ ਤੁਹਾਡੀ ਚੀਜ਼ ਨੂੰ ਕੋਈ ਐਪਰੀਸ਼ੀਏਟ ਕਰਦਾ ਤਾਂ। ਅਤੇ ਇਹ ਵੇਖੋ ਜੀ ਸਾਡੇ ਬੇਰ। ਅੱਛਾ ਜੀ, ਅੱਜ ਦਾ ਵਲੋਗ ਬਸ ਇੰਨਾ ਸੀ। ਅੱਲਾ ਹਾਫਿਜ਼।